Hello students, plus 2 class. Today we are starting for theory of new chapter non-profit organization. देखो बेटा आज क्योंकि मैं इस चैप्टर की थ्योरी करवा रही हैं क्योंकि इस तो बाद ਅਸੀਂ प्रैक्टिकल स्टार्ट करना है तो ਹੁਣ प्लीज़ ਪਹਿਲਾਂ ਇਸ ਚੈਪਟਰ ਦੀ ਥਿਊਰੀ ਨੂੰ ਧਿਆਨ ਨਾਲ ਸੁਣੋ ਸਮਝੋ ਫਿਰ ਤੁਸੀਂ ਪ੍ਰੈਕਟੀਕਲ ਅੱਛੀ ਤਰ੍ਹਾਂ ਕਰ ਪਾਓਗੇ। नॉन प्रॉफिट ऑर्गेनाइजेशन ਤੁਹਾਡੀ ਬੁੱਕ ਦਾ ਸਭ ਤੋਂ ਪਹਿਲਾ ਚੈਪਟਰ ਹੈ ਫਰਸਟ ਪਾਰਟ ਦੇ ਵਿੱਚ। ਤਾਂ ਨॉन प्रॉफिट ऑर्गेनाइजेशंस ਕੀ ਹੁੰਦੀਆਂ ਨੇ ਉਹ ਤੁਸੀਂ ਪਹਿਲਾਂ ਆਪਾਂ ਪਰਸਨ ਬਿਜ਼ਨਸ ਦੇ ਵਿੱਚ ਪੜ੍ਹਿਆ ਨਾ ਕਿ ਦੋ ਤਰ੍ਹਾਂ ਦੀਆਂ ਬਿਜ਼ਨਸ ਕੰਸਰਨ ਹੁੰਦੀਆਂ ਨੇ, ਇੱਕ ਹੁੰਦੀਆਂ ਇਕਨੋਮਿਕ ਔਰ ਇੱਕ ਹੁੰਦੀਆਂ ਨੇ ਨॉन ਇਕਨੋਮਿਕ। ਠੀਕ ਹੈ, ਇਕਨੋਮਿਕ ਮਤਲਬ ਜਿਹੜੀਆਂ ਕਿ ਪ੍ਰੋਫਿਟ ਕਮਾਉਣ ਲਈ ਕੰਮ ਕਰਦੀਆਂ ਨੇ। ਹੁਣ ਨॉन प्रॉफिट ऑर्गेनाइजेशंस ਦੀ ਆਪਾਂ ਅਗਰ ਗੱਲ ਕਰਦੇ ਹਾਂ ਤਾਂ ਉਹ ਆਰਗੇਨਾਈਜੇਸ਼ਨਸ ਜਿਹੜੀਆਂ ਕਿ ਪ੍ਰੋਫਿਟ ਕਮਾਉਣ ਲਈ ਕੰਮ ਨਹੀਂ ਕਰਦੀਆਂ ਉਹਨਾਂ ਨੂੰ ਅਸੀਂ ਨॉन प्रॉफिट ਆਰਗੇਨਾਈਜੇਸ਼ਨਸ ਕਹਿੰਦੇ ਹਾਂ, ਜਿਨ੍ਹਾਂ ਦਾ ਮੇਨ ਪਰਪਸ ਮੇਨ ਆਬਜੈਕਟ ਸੋਸ਼ਲ ਸਰਵਿਸ ਕਰਨਾ ਹੁੰਦਾ ਹੈ, ਲੋਕਾਂ ਦੀ ਭਲਾਈ ਕਰਨਾ ਹੁੰਦਾ ਹੈ, ਕਸਟਮਰ ਨੂੰ ਸਰਵਿਸਿਜ਼ ਪ੍ਰੋਵਾਈਡ ਕਰਨਾ ਹੁੰਦਾ ਹੈ, ਉਹਨਾਂ ਨੂੰ ਆਪਾਂ ਨॉन प्रॉफिट ਆਰਗੇਨਾਈਜੇਸ਼ਨ ਕਹਿੰਦੇ ਹਾਂ। ਜਿਵੇਂ ਕਿ ਕੋਈ ਕਲੱਬ ਹੋ ਗਏ, ਠੀਕ ਹੈ, ਸਪੋਰਟਸ ਕਲੱਬ ਹੋ ਗਏ ਜਾਂ ਤੁਹਾਡੇ ਜਿਹੜੇ ਸਕੂਲਸ ਹੋ ਗਏ, ਚੈਰੀਟੇਬਲ ਹਸਪੀਟਲਸ ਹੋ ਗਏ। ਠੀਕ ਹੈ, ਇਹ ਸਾਰੀਆਂ ਆਰਗੇਨਾਈਜੇਸ਼ਨ ਕਿਸ ਪਰਪਸ ਲਈ ਖੋਲ੍ਹੀਆਂ ਜਾਂਦੀਆਂ ਨੇ? ਲੋਕਾਂ ਦੀ ਭਲਾਈ ਵਾਸਤੇ। ਔਰ ਇਹਨਾਂ ਦਾ ਮੋਟਿਵ ਹੁੰਦਾ ਸਿਰਫ ਸੋਸਾਇਟੀ ਨੂੰ ਅੱਗੇ ਵਧਾਉਣਾ, ਸੋਸਾਇਟੀ ਦੀ ਸਰਵਿਸਿਜ਼ ਪ੍ਰੋਵਾਈਡ ਕਰਾਉਣਾ। ਤਾਂ ਇਹਨਾਂ ਨੂੰ ਅਸੀਂ ਨॉन प्रॉफिट ਆਰਗੇਨਾਈਜੇਸ਼ਨਸ ਕਹਿੰਦੇ ਹਾਂ। ਠੀਕ ਹੈ, ਇਹ ਤੁਹਾਡਾ ਫਰਸਟ ਕੁਐਸਚਨ ਬਣਦਾ ਹੈਗਾ ਇਹ ਜਿਹੜਾ ਵੈਰੀ ਸ਼ਾਰਟ ਨੋਟ ਦੇ ਵਿੱਚ ਆ ਜਾਂਦਾ 2 ਮਾਰਕਸ ਦੇ ਵਿੱਚ। ਉਸ ਤੋਂ ਬਾਅਦ ਬੇਟਾ ਜੀ ਆਪਾਂ ਇਹਦੇ ਵਿੱਚ ਕਰਾਂਗੇ ਜਿਹੜੇ ਵੈਰੀ ਇੰਪੋਰਟੈਂਟ ਕੁਐਸਚਨਸ ਨੇ ਜਿਹਦੇ ਵਿੱਚ ਆਪਣੇ ਕੋਲ ਆਉਂਦਾ ਹੈ ਵਾਟ ਇਜ਼ ਦ ਰਿਸੀਟ ਐਂਡ ਪੇਮੈਂਟ ਅਕਾਊਂਟ। ਦੇਖੋ ਬੇਟਾ ਚਾਹੇ ਨॉन प्रॉफिट ਆਰਗੇਨਾਈਜੇਸ਼ਨਸ ਨੇ ਫਿਰ ਵੀ ਉਹਨਾਂ ਆਰਗੇਨਾਈਜੇਸ਼ਨ ਨੂੰ ਆਪਣੇ ਅਕਾਊਂਟਸ ਮੇਨਟੇਨ ਕਰਨੇ ਪੈਂਦੇ ਨੇ, ਉਹਨਾਂ ਨੂੰ ਆਪਣਾ ਸਾਰਾ ਹਿਸਾਬ ਕਿਤਾਬ ਰੱਖਣਾ ਪੈਂਦਾ ਹੈ ਕਿ ਉਹਨਾਂ ਨੂੰ ਇਨਕਮ ਕਿੱਥੋਂ ਹੋ ਰਹੀ ਹੈ ਅਤੇ ਉਹ ਆਪਣੇ ਕਿੱਥੋਂ ਜਿਹੜਾ ਹੈ ਖਰਚ ਕਰ ਰਹੇ ਨੇ ਸਾਰੇ, ਉਹਦੇ ਲਈ ਉਹਨਾਂ ਨੂੰ ਅਕਾਊਂਟਸ ਪ੍ਰੀਪੇਅਰ ਕਰਨੇ ਪੈਂਦੇ ਨੇ। ਤਾਂ ਨॉन प्रॉफिट ਆਰਗੇਨਾਈਜੇਸ਼ਨ ਮੇਨਲੀ 2 ਤਰ੍ਹਾਂ ਦੇ ਅਕਾਊਂਟ ਬਣਾਉਂਦੀ ਹੈ, ਰਿਸੀਟ ਐਂਡ ਪੇਮੈਂਟ ਅਕਾਊਂਟ ਅਤੇ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ। ਉਹਦੇ ਵਿੱਚੋਂ ਹੁਣ ਆਪਾਂ ਪਹਿਲਾਂ ਕਰਾਂਗੇ ਰਿਸੀਟ ਐਂਡ ਪੇਮੈਂਟ ਅਕਾਊਂਟ। ਹੁਣ ਰਿਸੀਟ ਐਂਡ ਪੇਮੈਂਟ ਅਕਾਊਂਟ ਕੀ ਹੁੰਦਾ ਹੈ? ਰਿਸੀਟ ਐਂਡ ਪੇਮੈਂਟ ਜਿਵੇਂ ਨਾਮ ਤੋਂ ਹੀ ਤੁਹਾਨੂੰ ਕਲੀਅਰ ਹੋ ਰਿਹਾ ਹੈ, ਰਿਸੀਟ ਮਤਲਬ ਆਣਾ, ਪੇਮੈਂਟ ਮਤਲਬ ਪੇਮੈਂਟ ਕਰਨਾ, ਕੁਝ ਵੀ ਦੇਣਾ। ਠੀਕ ਹੈ, ਰਿਸੀਟ ਐਂਡ ਪੇਮੈਂਟ ਅਕਾਊਂਟ ਜਿਹੜਾ ਹੈ ਉਹ ਕੈਸ਼ ਅਕਾਊਂਟ ਦੀ ਤਰ੍ਹਾਂ ਹੀ ਹੁੰਦਾ ਹੈ ਕਾਫੀ ਹੱਦ ਤੱਕ। ਇਹਦੇ ਵਿੱਚ ਅਸੀਂ ਜੋ ਵੀ ਆਪਾਂ ਕੈਸ਼ ਰਿਸੀਵ ਕਰਦੇ ਹਾਂ ਉਹਨੂੰ ਅਸੀਂ ਡੈਬਿਟ ਸਾਈਡ ਤੇ ਪਾਉਂਦੇ ਹਾਂ ਔਰ ਜੋ ਵੀ ਅਸੀਂ ਪੇਮੈਂਟ ਕਰਦੇ ਹਾਂ ਉਹਨੂੰ ਕ੍ਰੈਡਿਟ ਸਾਈਡ ਤੇ ਪਾਇਆ ਜਾਂਦਾ ਹੈ। ਠੀਕ ਹੈ, ਔਰ ਇਹਦਾ ਜਿਹੜਾ ਰਿਸੀਟ ਐਂਡ ਪੇਮੈਂਟ ਅਕਾਊਂਟ ਹੁੰਦਾ ਇਹ ਕਰੰਟ ਬੇਸਿਸ ਤੇ ਚੱਲਦਾ ਹੈ। ਕਰੰਟ ਬੇਸਿਸ ਤੇ ਮੀਨਸ ਐਕਚੁਅਲੀ ਜੋ ਕੈਸ਼ ਰਿਸੀਵ ਹੁੰਦਾ ਆਪਾਂ ਸਿਰਫ ਉਹਨੂੰ ਹੀ ਰਿਕਾਰਡ ਕਰਦੇ ਹਾਂ, ਇਹਦੇ 'ਚ ਆਊਟਸਟੈਂਡਿੰਗ ਜਾਂ ਪ੍ਰੀਪੇਡ ਦੀ ਰਿਕਾਰਡਿੰਗ ਨਹੀਂ ਹੁੰਦੀ। ਠੀਕ ਹੈ, ਤੇ ਪੇਮੈਂਟ ਵੀ ਜੋ ਐਕਚੁਅਲੀ ਕੀਤੀ ਹੈ ਬਸ ਆਪਾਂ ਉਹੀ ਰਿਕਾਰਡ ਕਰਾਂਗੇ, ਚਾਹੇ ਉਹ ਪਿਛਲੇ ਸਾਲ ਦੀ ਹੈ ਚਾਹੇ ਉਹ ਆਉਣ ਵਾਲੇ ਸਾਲ ਦੀ ਹੈ, ਬਟ ਆਪਾਂ ਜੋ ਆਪਣੇ ਕੋਲੋਂ ਗਿਆ ਆਪਾਂ ਉਹ ਰਿਕਾਰਡ ਕਰਨਾ ਤੇ ਜੋ ਆਪਣੇ ਕੋਲ ਆਇਆ ਆਪਾਂ ਉਹ ਰਿਕਾਰਡ ਕਰਨਾ ਹੈ। ਠੀਕ ਹੈ, ਰਿਸੀਟ ਐਂਡ ਪੇਮੈਂਟ ਅਕਾਊਂਟ ਨੂੰ ਸਟਾਰਟ ਅਸੀਂ ਕਰਦੇ ਹਾਂ ਕੈਸ਼ ਅਕਾਊਂਟ ਦੇ ਨਾਲ। ਕੈਸ਼ ਦਾ ਜਿਹੜਾ ਓਪਨਿੰਗ ਬੈਲੈਂਸ ਹੁੰਦਾ ਉਹਦੇ ਨਾਲ ਅਸੀਂ ਇਹਨੂੰ ਡੈਬਿਟ ਸਾਈਡ ਤੋਂ ਸਟਾਰਟ ਕਰਦੇ ਹਾਂ ਟੂ ਬੈਲੈਂਸ ਬ੍ਰੌਟ ਡਾਊਨ ਕਰਕੇ। ਠੀਕ ਹੈ, ਉਸ ਤੋਂ ਬਾਅਦ ਸਾਰੀਆਂ ਰਿਸੀਟਸ ਨੂੰ ਆਪਾਂ ਡੈਬਿਟ ਪਾ ਦਿੰਦੇ ਤੇ ਸਾਰੀਆਂ ਪੇਮੈਂਟਸ ਨੂੰ ਕ੍ਰੈਡਿਟ ਸਾਈਡ ਪਾ ਦਿੰਦੇ ਹਾਂ। ਹੁਣ ਇਹਦੇ ਬੇਟਾ ਕੁਝ ਕਰੈਕਟਰਿਸਟਿਕਸ ਦਿੱਤੇ ਨੇ ਰਿਸੀਟ ਐਂਡ ਪੇਮੈਂਟ ਅਕਾਊਂਟ ਦੇ। ਪਹਿਲੀ ਗੱਲ, ਰਿਸੀਟ ਐਂਡ ਪੇਮੈਂਟ ਅਕਾਊਂਟ ਇੱਕ ਰੀਅਲ ਅਕਾਊਂਟ ਹੁੰਦਾ ਹੈ। ਠੀਕ ਹੈ, ਰੀਅਲ ਅਕਾਊਂਟ। ਔਰ ਇਹ ਜਿਹੜਾ ਹੈਗਾ ਇਹਦਾ ਓਪਨਿੰਗ ਬੈਲੈਂਸ ਜਿਹੜਾ ਕੈਸ਼ ਜਾਂ ਬੈਂਕ ਦਾ ਤੁਹਾਨੂੰ ਓਪਨਿੰਗ ਬੈਲੈਂਸ ਦਿੱਤਾ ਹੋਊਗਾ ਉਹਨੂੰ ਆਪਾਂ ਡੈਬਿਟ ਸਾਈਡ ਤੋਂ ਅਸੀਂ ਸਟਾਰਟ ਕਰਦੇ हैं। ठीक है, और इट इज़ अ समरी ऑफ कैश एंड बैंक ट्रांजेक्शन। एक कैश और बैंक ट्रांजेक्शन की समरी है ना। और रिसीट एंड पेमेंट अकाउंट ਦੇ ਵਿੱਚ ਡੈਬਿਟ ਸਾਈਡ ਸਾਰੀਆਂ ਰਿਸੀਟਸ ਆਉਂਦੀਆਂ ਨੇ ਤੇ ਕ੍ਰੈਡਿਟ ਸਾਈਡ ਸਾਰੀਆਂ ਪੇਮੈਂਟਸ ਆਉਂਦੀਆਂ ਨੇ। ਠੀਕ ਹੈ, ਔਰ ਇਹਦੇ ਵਿੱਚ ਆਪਾਂ ਸਿਰਫ ਉਹ ਰਿਸੀਟਸ ਪਾਉਂਦੇ ਜੋ ਐਕਚੁਅਲੀ ਆਪਾਂ ਰਿਸੀਵ ਕੀਤੀਆਂ ਨੇ ਜਾਂ ਜੋ ਐਕਚੁਅਲੀ ਅਸੀਂ पे ऑफ कर रहे हैं। प्रीपेड या आउटस्टैंडिंग ਨੂੰ ਆਪਾਂ ਇਹਦੇ ਵਿੱਚ ਰਿਕਾਰਡ ਨਹੀਂ ਕਰਦੇ। ਔਰ ਇਟ ਇਜ਼ ਨਾਟ ਦ ਪਾਰਟ ਆਫ ਡਬਲ ਐਂਟਰੀ ਸਿਸਟਮ। ਔਰ ਇਹ ਡਬਲ ਐਂਟਰੀ ਸਿਸਟਮ ਦਾ ਪਾਰਟ ਨਹੀਂ ਹੈ, ਸਿਰਫ ਵਨ ਸਾਈਡ ਆਪਾਂ ਡਾਟਾ ਰਿਕਾਰਡ ਕਰਾਂਗੇ ਜਾਂ ਡੈਬਿਟ ਸਾਈਡ ਜਾਂ ਕ੍ਰੈਡਿਟ ਸਾਈਡ। ਔਰ ਇਹਦੇ ਵਿੱਚ ਜਿਹੜਾ ਆਪਾਂ ਨੂੰ ਐਂਡ ਦੇ ਵਿੱਚ ਜੋ ਬੈਲੈਂਸ ਆਉਂਦਾ ਹੈ, ਅਗਰ ਤੁਹਾਡਾ ਕ੍ਰੈਡਿਟ ਸਾਈਡ ਆਉਂਦਾ ਹੈ ਤਾਂ ਉਹ ਆਪਾਂ ਡੈਫਿਸਿਟ ਕਰਾਂਗੇ। ਅਗਰ ਆਪਣਾ ਡੈਬਿਟ ਸਾਈਡ ਮਤਲਬ ਅਗਰ ਦੇਖੋ ਬੈਲੈਂਸ ਡੈਬਿਟ ਬੈਲੈਂਸ ਹੋਊਗਾ ਤਾਂ ਉਹਨੂੰ ਕੀ ਮੰਨਾਂਗੇ? ਸਰਪਲਸ। ਅਗਰ ਕ੍ਰੈਡਿਟ ਬੈਲੈਂਸ ਹੋਊਗਾ ਤਾਂ ਉਹਨੂੰ ਕੀ ਕਵਾਂਗੇ? ਡੈਫਿਸਿਟ। ਠੀਕ ਹੈ, ਤਾਂ ਇਹ ਹੋ ਗਿਆ ਤੁਹਾਡਾ ਰਿਸੀਟ ਐਂਡ ਪੇਮੈਂਟ ਅਕਾਊਂਟ।
इस तो बिना बेटा जी नैक्सट तुहाडा जिहड़ा क्वेश्चन बनता हैगा वो हुंदा है इनकम एंड एक्सपेंडिचर अकाउंट की है ते ओहदा परफॉर्मा मतलब ਉਹਦੇ फीचर्स। हुण इनकम एंड एक्सपेंडिचर अकाउंट जिवें कि आपां नूं नाम तो ही पता लग रहा है इहदे विच इनकम ते एक्सपेंसिस आपां रिकॉर्ड करते हैं, ठीक है। इनकम एंड एक्सपेंडिचर अकाउंट तुहाडे प्रॉफिट एंड लॉस अकाउंट की तरह हुंदा है जो आपां +1 दे विच बनाया है। आपां ਉਹਦੇ विच की करते हैं डेबिट साइड सारे आपां एक्सपेंसिस पाने हैं ते क्रेडिट साइड सारियां इनकम पाने हैं। सेम इसे तरह ही इनकम एंड एक्सपेंडिचर अकाउंट दे विच डेबिट साइड ते सारे एक्सपेंसिस पाए जाएंगे, क्रेडिट साइड ते सारियां इनकम्स पाइयां जाएंगियां। बट इनकम एंड एक्सपेंडिचर अकाउंट है जिहड़ा वो एक्रूअल बेसिस ते बनाया जाता है। एक्रूअल बेसिस का मतलब है कि जो इस साल दे एक्सपेंसिस ने आपां उन्हां नूं पावांगे चाहे असीं वो पे कीते है या नहीं कीते। मतलब आपां ਜਿਹੜੇ आउटस्टैंडिंग एक्सपेंसिस भी ये इंक्लूड मीनस जो इस साल के एक्सपेंसिस है अगर आप पे नहीं भी किए तो भी असीं इनकम एंड एक्सपेंडिचर अकाउंट उन्होंने रिकॉर्ड करांगे। तो डेबिट साइड सारे एक्सपेंसिस और क्रेडिट साइड सारियां इनकम्स, ठीक है। और ये अकाउंट एक नॉमिनल अकाउंट हुंदा है, प्रॉफिट एंड लॉस अकाउंट की तरह बनता है। और ये जो डिफरेंस आता है या जो बैलेंस आता है उन्होंने असी किस नाम से जानते हैं, वो आपां इन्हां नूं लिखते हैं एक्सेस और डेफिसिट, ठीक है। सरप्लस या डेफिसिट के नाम से जानिया जाता है। जिहड़े पिछले वाले क्वेश्चन दे विच सीगा उहनूं आपां कैरी डाउन नाल जानते हैं, उहदे च असीं सरप्लस या डेफिसिट नहीं कढ़दे, इहदे विच असीं सरप्लस या डेफिसिट कढ़दे हैं, ठीक है। तो इनकम एंड एक्सपेंडिचर अकाउंट ये फीचर्स की ने, ये नॉमिनल अकाउंट है और ये प्रॉफिट एंड लॉस अकाउंट की तरह बनाया जाता है। और ये असीं सारे इनकम ते सारे एक्सपेंडिचर नूं रिकॉर्ड करते हैं, ठीक है। क्रेडिट साइड ते सारियां अपने कोल इनकम्स आंदियां ने सिर्फ रेवन्यू नेचर दियां, मतलब जड़ियां 1 ईयर नाल कंसर्न होंदियां ने। कैपिटल नेचर दियां रेवन्यू या कैपिटल नेचर के एक्सपेंडिचर ये इंक्लूड नहीं किए जाते, ठीक है। और एक्रूअल बेसिस से मतलब जो इस साल का खर्चा वो इसी साल च पऊगा चाहे वो आप पे किया है या नहीं किया। तो यह हुंदा तुहाडा इनकम एंड एक्सपेंडिचर अकाउंट। ये नाल ही तुहाडे कोल बेटा डिफरेंस आ जाता है रिसीट एंड पेमेंट अकाउंट ते इनकम एंड एक्सपेंडिचर अकाउंट का। वेरी ईजी एंड वेरी इंपॉर्टेंट, इस चैप्टर की थ्योरी बहुत इंपॉर्टेंट है, बहुत चंगी तरह तुसीं करनी है। हुण डिफरेंस ही मैं तुहानूं PDF सेंड कर देनी है, तुसीं इहनूं देख के अपने आप ही ये नोट्स प्रिपेयर कर लेने हैं, ठीक है। तो मेन तुहाडे 3 क्वेश्चन तैयार हो गए अज दी इस वीडियो तो कि नॉन प्रॉफिट ऑर्गेनाइजेशनस की होंदियां ने, रिसीट एंड पेमेंट अकाउंट की हुंदा है, इनकम एंड एक्सपेंडिचर अकाउंट की हुंदा है ते उन्हां दा डिफरेंस की है। हुण तुसीं ये तैयार करो, नैक्सट वीडियो दे विच मैं इहदे बाकी टॉपिक सेंड करूँगी ते फिर उस तो बाद आपां अपना प्रैक्टिकल वर्क शुरू करांगे। टेक केयर बेटा जी।